ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪ ਜੀ ਨਾਲ ਸਾਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਕਿਸ ਤਰ੍ਹਾਂ ਭੋਗਣਾ ਪੈਂਦਾ ਹੈ, ਇਸ ਵਿਸ਼ੇ ਬਾਰੇ ਆਪ ਜੀ ਨਾਲ ਸਾਖੀ ਸਾਂਝੀ ਕੀਤੀ ਜਾਵੇਗੀ। ਆਪ ਜੀ ਪਿਆਰ ਨਾਲ ਸਰਵਣ ਕਰੋ ਜੀ। ਇੱਕ ਰਾਜੇ ਨੇ ਆਪਣੇ ਇਕਲੌਤੇ ਬੇਟੇ ਲਈ ਇੱਕ ਵੱਖਰਾ ਮਹੱਲ ਬਣਾਇਆ ਹੋਇਆ ਸੀ। ਰਾਜੇ ਦੇ ਆਪਣੇ ਮਹੱਲ ਤੇ ਪੁੱਤਰ ਦੇ ਮਹੱਲ ਦੇ ਨੇੜੇ ਇੱਕ ਮੰਦਰ ਸੀ, ਜਿਸ ਦਾ ਪੁਜਾਰੀ ਚੰਗੇ ਗੁਣਾਂ ਵਾਲਾ ਸੰਤੋਖੀ ਬ੍ਰਾਹਮਣ ਸੀ, ਜਿਸ ਨੇ 20 ਸਾਲ ਤੋਂ ਰਾਜੇ ਕੋਲੋਂ ਕੋਈ ਜਾਚਨਾ ਨਹੀਂ ਕੀਤੀ ਸੀ। ਰਾਜੇ ਨੇ ਆਪਣੇ ਇਕਲੌਤੇ ਬੇਟੇ ਨੂੰ ਜਦੋਂ ਵਿਆਹ ਕੇ ਉਸ ਵੱਖਰੇ ਮਹੱਲ ਵਿੱਚ ਦੋਨਾਂ ਪਤੀ ਪਤਨੀ ਨੂੰ ਭੇਜ ਦਿੱਤਾ। ਰਾਜਪੁੱਤਰ ਥੱਕਿਆ ਹੋਣ ਕਰਕੇ ਸੌਂ ਗਿਆ, ਪਰ ਰਾਜਪੁੱਤਰ ਦੀ ਪਤਨੀ ਨੂੰ ਓਪਰੀ ਥਾਂ ਹੋਣ ਕਾਰਨ ਨੀਂਦ ਨਾ ਪਈ ਤੇ ਉਹ ਮਹੱਲ ਵਿੱਚ ਘੁੰਮਣ ਲੱਗ ਪਈ। ਫਿਰ ਪਤੀ ਦੇ ਸਿਰਹਾਣੇ ਲਟਕਦੀ ਤਲਵਾਰ, ਜੋ ਬਹੁਤ ਤਿੱਖੀ ਧਾਰ ਵਾਲੀ ਸੀ, ਜਦੋਂ ਉਹ ਮਿਆਨ ਤੋਂ ਬਾਹਰ ਕੱਢਣ ਲੱਗੀ ਤਾਂ ਮਿਆਨ ਤੋਂ ਬਾਹਰ ਨਿਕਲ ਕੇ ਤਲਵਾਰ ਅਚਾਨਕ ਉਸ ਦੇ ਹੱਥੋਂ ਛੁੱਟ ਗਈ, ਜੋ ਰਾਜਪੁੱਤਰ ਦੀ ਗਰਦਨ ਉੱਪਰ ਜਾ ਵੱਜੀ, ਜਿਸ ਕਰਕੇ ਉਸ ਦੀ ਸਾਹ ਰਗ ਵੱਢੀ ਗਈ ਤੇ ਉਸ ਦੀ ਮੌਤ ਹੋ ਗਈ। ਉਸ ਵੇਲੇ ਉਸ ਲੜਕੀ ਨੇ ਸੋਚਿਆ ਕਿ ਭਾਵੇਂ ਇਹ ਸਭ ਕੁਝ ਅਚਾਨਕ ਹੀ ਹੋਇਆ ਹੈ, ਪਰ ਸਵੇਰੇ ਮੇਰਾ ਕਿਸੇ ਨੇ ਸੱਚ ਨਹੀਂ ਮੰਨਣਾ। ਇਉਂ ਡਰਦੀ ਹੋਈ ਸਾਰੀ ਰਾਤ ਹੀ ਕੋਈ ਬਚਨ ਲਈ ਵਿਉਂਤ ਸੋਚਦੀ ਰਹੀ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਉਸ ਨਗਰ ਦਾ ਮਹਾਤਮਾ ਇਸ ਧਰਮਸ਼ਾਲਾ ਦੇ ਸਾਹਮਣੇ ਮੰਦਰ ਦੇ ਵਿੱਚ ਪੂਜਾ ਕਰਨ ਲਈ ਜਾ ਰਿਹਾ ਸੀ। ਉਸ ਸਮੇਂ ਇਸ ਰਾਜਪੁੱਤਰੀ ਨੇ ਬੂਹਾ ਖੋਲ੍ਹ ਕੇ ਰੌਲਾ ਪਾ ਦਿੱਤਾ ਕਿ ਮੇਰਾ ਸੁਹਾਗ ਉਜੜ ਗਿਆ ਹੈ। ਉਸ ਦੀ ਆਵਾਜ਼ ਸੁਣ ਕੇ ਰਾਜਾ ਆਪਣੇ ਵਜ਼ੀਰਾਂ ਅਹਿਲਕਾਰਾਂ ਦੇ ਸਮੇਤ ਉਸ ਕਮਰੇ ਵਿੱਚ ਆਇਆ ਤੇ ਆਪਣੇ ਪੁੱਤਰ ਦੀ ਲਾਸ਼ ਦੇਖ ਕੇ ਪੁੱਛਿਆ ਕਿ ਇਹ ਕਿਸ ਨੇ ਕਤਲ ਕੀਤਾ ਹੈ। ਤਦੋਂ ਉਸ ਰਾਜੇ ਦੀ ਨੂੰਹ ਨੇ ਮੰਦਰ ਵਿੱਚ ਬੜੇ ਬ੍ਰਾਹਮਣ ਵੱਲ ਇਸ਼ਾਰਾ ਕਰ ਦਿੱਤਾ। ਫੌਜਾਂ ਨੇ ਛੇਤੀ ਨਾਲ ਉਸ ਬ੍ਰਾਹਮਣ ਨੂੰ ਪਕੜ ਲਿਆਂਦਾ। ਸਿਪਾਹੀਆਂ ਨੇ ਕਿਹਾ ਕਿ ਹੇ ਰਾਜਨ, ਤੁਸੀਂ ਹੁਕਮ ਕਰੋ, ਅਸੀਂ ਇਸ ਨੂੰ ਬੁਰੀ ਤੋਂ ਬੁਰੀ ਮੌਤੇ ਮਾਰ ਦੇਵਾਂਗੇ। ਰਾਜਾ ਧੀਰਜਧਾਰੀ ਸੀ। ਉਸ ਨੇ ਕਿਹਾ ਕਿ ਇਸ ਨੂੰ ਮਾਰਨ ਨਾਲ ਮੇਰਾ ਪੁੱਤਰ ਜਿਉਂਦਾ ਨਹੀਂ ਹੋਣਾ। ਇਸ ਨੇ ਸੱਜੇ ਹੱਥ ਨਾਲ ਪੁੱਤਰ ਦੇ ਕਟਾਰ ਮਾਰੀ ਹੋਵੇਗੀ, ਇਸ ਲਈ ਇਸ ਦਾ ਸੱਜਾ ਹੱਥ ਕੱਟ ਦੇਵੋ। ਸਿਪਾਹੀਆਂ ਨੇ ਉਸ ਸਾਧੂ ਬ੍ਰਾਹਮਣ ਦੇ ਰੌਲਾ ਪਾਉਣ ਤੋਂ ਨਾ ਸੁਣ ਕੇ ਉਸ ਦਾ ਸੱਜਾ ਹੱਥ ਕੱਟ ਦਿੱਤਾ। ਉਹ ਬ੍ਰਾਹਮਣ ਬਹੁਤ ਦੁਖੀ ਹੋਇਆ ਤੇ ਮਨ ਵਿੱਚ ਸੋਚਦਾ ਰਿਹਾ ਕਿ ਮੈਂ ਇਸ ਜਨਮ ਵਿੱਚ ਕੋਈ ਐਸਾ ਬੱਜਰ ਪਾਪ ਨਹੀਂ ਕੀਤਾ ਜਿਸ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੈ। ਹੌਲੀ ਹੌਲੀ ਉਸ ਦਾ ਜ਼ਖਮ ਠੀਕ ਹੋਇਆ ਤਾਂ ਉਸ ਸਾਧੂ ਬ੍ਰਾਹਮਣ ਨੇ ਕਿਸੇ ਪੰਡਤ ਕੋਲ ਇਸ ਘਟਨਾ ਦਾ ਜ਼ਿਕਰ ਕੀਤਾ। ਤਦੋਂ ਉਸ ਪੰਡਤ ਨੇ ਕਾਸ਼ੀ ਵਿੱਚ ਰਹਿੰਦੇ ਇੱਕ ਤ੍ਰਿਕਾਲਦਰਸ਼ੀ ਵਿਦਵਾਨ ਦੀ ਦੱਸ ਪਾਈ, ਜੋ ਜੋਤਿਸ਼ ਵਿਦਿਆ ਅਤੇ ਪੂਰਬਲੇ ਕਰਮਾਂ ਦੇ ਗਿਆਨ ਵਾਲੇ ਅਨੇਕ ਸ਼ਾਸਤਰ ਪੜ੍ਹਿਆ ਹੋਇਆ ਸੀ। ਤਦੋਂ ਉਹ ਸਾਧੂ ਬ੍ਰਾਹਮਣ ਪੁੱਛਦਾ ਪੁਛਾਉਂਦਾ ਹੋਇਆ ਕਾਸ਼ੀ ਵਿੱਚ ਉਸ ਵਿਦਵਾਨ ਦੇ ਘਰ ਪਹੁੰਚਿਆ। ਉਸ ਵੇਲੇ ਵਿਦਵਾਨ ਇਸ਼ਨਾਨ ਕਰਨ ਲਈ ਬਾਹਰ ਗਿਆ ਸੀ। ਤਦੋਂ ਉਸ ਸਾਧੂ ਨੇ ਉਸ ਦੀ ਘਰਵਾਲੀ ਬ੍ਰਾਹਮਣੀ ਤੋਂ ਵਿਦਵਾਨ ਜੀ ਬਾਰੇ ਪੁੱਛਿਆ ਤਾਂ ਉਸ ਨੇ ਫੱਖਰਾਂ ਵਾਲਾ ਲਿਬਾਸ ਦੇਖ ਕੇ ਅਨੇਕਾਂ ਗਾਲਾਂ ਇਸ ਬ੍ਰਾਹਮਣ ਨੂੰ ਦਿੱਤੀਆਂ ਤੇ ਨਾਲੇ ਆਪਣੇ ਘਰ ਵਾਲੇ ਨੂੰ ਦਿੱਤੀਆਂ ਤੇ ਉੱਥੇ ਖੜਨ ਹੀ ਨਾ ਦਿੱਤਾ। ਸਾਧੂ ਬ੍ਰਾਹਮਣ ਬਾਹਰ ਹੋ ਕੇ ਖਲੋ ਗਿਆ। ਇਤਨੇ ਚਿਰ ਨੂੰ ਉਹ ਵਿਦਵਾਨ ਵੀ ਆ ਗਿਆ। ਉਸ ਵਿਦਵਾਨ ਨੇ ਬ੍ਰਾਹਮਣ ਦਾ ਆਦਰ ਮਾਣ ਕੀਤਾ ਤੇ ਅੰਦਰ ਬਿਠਾਇਆ। ਫਿਰ ਪੁੱਛਿਆ ਕਿ ਕਿਸ ਕਾਰਜ ਲਈ ਆਏ ਹੋ। ਤਦੋਂ ਸਾਧੂ ਬ੍ਰਾਹਮਣ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਇੱਕ ਗੱਲ ਹੀ ਪੁੱਛਣੀ ਸੀ, ਪਰ ਹੁਣ ਤੇਰੀ ਘਰਵਾਲੀ, ਜੋ ਬਹੁਤ ਚਲਾਕ ਤੇ ਲੜਾਕੀ ਹੈ, ਇਸ ਨੇ ਮੈਨੂੰ ਅਤੇ ਤੈਨੂੰ ਬਿਨਾਂ ਕਾਰਨ ਤੋਂ ਹੀ ਅਨੇਕਾਂ ਗਾਲਾਂ ਕੱਢੀਆਂ ਹਨ। ਇਹ ਦੋ ਗੱਲਾਂ ਹੋ ਗਈਆਂ ਹਨ। ਉਸ ਵਿਦਵਾਨ ਨੇ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਪਹਿਲੀ ਗੱਲ ਦੱਸੋ। ਤਦੋਂ ਉਸ ਸਾਧੂ ਬ੍ਰਾਹਮਣ ਨੇ ਕਿਹਾ ਕਿ ਹੇ ਵਿਦਵਾਨ, ਮੈਂ ਜਦੋਂ ਦੀ ਆਪਣੀ ਸੁਰਤ ਸੰਭਾਲੀ ਹੈ, ਮੈਨੂੰ ਪੂਰਾ ਪਤਾ ਹੈ ਮੈਂ ਕੋਈ ਵੀ ਗੁਨਾਹ ਨਹੀਂ ਕੀਤਾ, ਪਰ ਫਿਰ ਵੀ ਬਿਨਾਂ ਕਾਰਨ ਹੀ ਇੱਕ ਰਾਜੇ ਨੇ ਮੇਰਾ ਸੱਜਾ ਹੱਥ ਕਟਵਾ ਦਿੱਤਾ ਹੈ। ਤੁਸੀਂ ਦੱਸੋ ਇਹ ਕੀ ਕਾਰਨ ਹੈ। ਤਦੋਂ ਉਸ ਵਿਦਵਾਨ ਨੇ ਜੋਤਿਸ਼ ਸ਼ਾਸਤਰ ਵਿਚਾਰ ਕੇ ਦੱਸਿਆ ਕਿ ਪਿਛਲੇ ਜਨਮ ਵਿੱਚ ਤੂੰ ਬ੍ਰਾਹਮਣ ਸੀ ਅਤੇ ਜੰਗਲ ਵਿੱਚ ਬੈਠਾ ਹੋਇਆ ਗਊਮੁਖੀ ਦੇ ਨਾਲ ਜਾਪ ਕਰ ਰਿਹਾ ਸੀ ਅਤੇ ਮੂੰਹੋਂ ਮੌਨ ਧਾਰਨ ਕੀਤਾ ਹੋਇਆ ਸੀ। ਇੱਕ ਕਸਾਈ ਕੋਲੋਂ ਇੱਕ ਗਾਂ ਛੁੱਟ ਕੇ ਆਈ ਹੋਈ ਸੀ, ਜੋ ਤੇਰੇ ਅੱਗੋਂ ਦੀ ਲੰਘ ਗਈ।
ਮਗਰੇ ਹੀ ਕਸਾਈ ਆ ਗਿਆ। ਉਸ ਨੇ ਤੈਨੂੰ ਪੁੱਛਿਆ ਕਿ ਮੇਰੀ ਗਾਂ ਜਾਂਦੀ ਵੇਖੀ ਹੈ। ਤਦੋਂ ਤੂੰ ਗੁਥਲੀ ਵਿੱਚ ਮਾਲਾ ਫੇਰਨ ਵਾਲੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਕਿ ਗਾਂ ਇਸ ਪਾਸੇ ਗਈ ਹੈ। ਉਸ ਸਮੇਂ ਕਸਾਈ ਨੇ ਜਾ ਕੇ ਗਾਂ ਮਾਰ ਦਿੱਤੀ। ਸਮਾਂ ਪੈਣ ਤੋਂ ਉਹ ਕਸਾਈ ਵੀ ਮਰ ਗਿਆ ਤੇ ਤੂੰ ਵੀ ਸਰੀਰ ਛੱਡ ਗਿਆ। ਤੁਸੀਂ ਆਪੋ ਆਪਣੀ ਪ੍ਰਾਲਬਧ ਅਨੁਸਾਰ ਜਨਮ ਧਾਰਨ ਕੀਤੇ। ਉਹ ਗਾਂ ਇੱਕ ਰਾਜੇ ਦੀ ਬੇਟੀ ਬਣੀ ਤੇ ਉਹ ਕਸਾਈ ਵੀ ਦੂਸਰੇ ਰਾਜੇ ਦਾ ਪੁੱਤਰ ਬਣਿਆ ਤੇ ਉਹ ਬ੍ਰਾਹਮਣ ਤੂੰ ਬਣਿਆ। ਉਸ ਗਾਂ ਤੋਂ ਬਣੀ ਰਾਜਪੁੱਤਰੀ ਨੇ ਆਪਣਾ ਬਦਲਾ ਲਿਆ ਤੇ ਤੂੰ ਜੋ ਹੱਥ ਦਾ ਇਸ਼ਾਰਾ ਕੀਤਾ ਸੀ ਤੇਰਾ ਉਹ ਹੱਥ ਕੱਟਿਆ ਗਿਆ। ਫਿਰ ਉਸ ਸਾਧੂ ਬ੍ਰਾਹਮਣ ਨੇ ਕਿਹਾ ਕਿ ਤੂੰ ਹੁਣ ਆਪਣੀ ਤੇ ਆਪ ਦੀ ਲੜਾਕੀ ਘਰਵਾਲੀ ਦੀ ਗੱਲ ਦੱਸ। ਤਦੋਂ ਉਸ ਵਿਦਵਾਨ ਨੇ ਕਿਹਾ ਕਿ ਮਹਾਤਮਾ ਜੀ, ਇਹ ਮੇਰੀ ਘਰਵਾਲੀ ਪਿਛਲੇ ਜਨਮ ਵਿੱਚ ਖੋਤੀ ਸੀ ਤੇ ਮੈਂ ਕਾਂ ਸੀ। ਇਸ ਦੇ ਜ਼ਖਮ ਹੋਇਆ ਪਿਆ ਸੀ। ਮੈਂ ਵਾਰ-ਵਾਰ ਇਸ ਦੇ ਠੂੰਗੇ ਮਾਰਦਾ ਸੀ। ਇਹ ਦੁਖੀ ਹੋਈ ਗੰਗਾ ਦੇ ਵਿੱਚ ਵੜ ਗਈ। ਮੇਰੀ ਚੁੰਝ ਇਸ ਦੇ ਜ਼ਖਮ ਵਿੱਚ ਫਸ ਗਈ। ਉੱਧਰੋਂ ਕੋਈ ਮਹਾਤਮਾ ਇਸ਼ਨਾਨ ਕਰ ਰਿਹਾ ਸੀ। ਉਸ ਦੀ ਧੂੜੀ ਸਾਨੂੰ ਸਪਰਸ਼ ਹੋਈ। ਉੱਧਰੋਂ ਅਸੀਂ ਗੰਗਾ ਦੀਆਂ ਡੂੰਘੀਆਂ ਲਹਿਰਾਂ ਵਿੱਚ ਰੁੜ ਗਏ। ਮਹਾਤਮਾ ਦੀ ਧੂੜੀ ਸਪਰਸ਼ ਹੋਣ ਕਰਕੇ ਅਸੀਂ ਬ੍ਰਾਹਮਣ ਬ੍ਰਾਹਮਣੀ ਬਣੇ ਤੇ ਇਹ ਹੁਣ ਤਰਕਾਂ ਰੂਪੀ ਠੂੰਗੇ ਮਾਰ ਕੇ ਆਪਣਾ ਬਦਲਾ ਲੈ ਰਹੀ ਹੈ ਤੇ ਮੈਂ ਪਿਛਲੇ ਜਨਮ ਦਾ ਗਿਆਨ ਜਾਣ ਕੇ ਇਸ ਦੀਆਂ ਤਰਕਾਂ ਸਹਾਰਦਾ ਰਹਿੰਦਾ ਹਾਂ। ਸੋ ਸਾਧ ਸੰਗਤ ਜੀ, ਸਾਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਇਸ ਤਰ੍ਹਾਂ ਭੋਗਣਾ ਪੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।